ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਇਸ ਖਾਸ ਪੇਸ਼ਕਸ਼ ਦੇ ਵਿੱਚ ਸਵਾਗਤ ਹੈ ਤੇ ਗੱਲਬਾਤ ਕਰਾਂਗੇ ਅਮਰੀਕਾ ਦੇ ਬਾਰੇ ਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਾਰੇ। ਟਰੰਪ ਨੂੰ ਕੌਣ ਭੁੱਲ ਸਕਦਾ ਹੈ ਤੇ ਹੁਣ ਟਰੰਪ ਵਾਪਸੀ ਕਰਨ ਦੀ ਤਿਆਰੀ ਕਰ ਰਹੇ ਨੇ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਤੀਜੀ ਵਾਰ ਵਾਈਟ ਹਾਊਸ ਦੇ ਲਈ ਚੋਣ ਲੜਨਗੇ। ਉਹਨਾਂ ਨੇ ਮੱਧਕਾਲੀ ਚੋਣਾਂ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਮਾੜੇ ਪ੍ਰਦਰਸ਼ਨ ਅਤੇ ਮਾੜੇ ਲੋਗੋ ਕਲੱਬ ਸਮੇਤ ਹੋਰ ਮਾਮਲਿਆਂ ਵਿੱਚ ਆਪਣੇ ਵਿਰੁੱਧ ਚੱਲ ਰਹੀ ਕਾਨੂੰਨੀ ਜਾਂਚ ਦੇ ਵਿਚਕਾਰ ਇਹ ਸਭ ਦਾ ਐਲਾਨ ਕਰ ਦਿੱਤਾ। ਹਾਲਾਂਕਿ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਟਿਕੀਆਂ ਹੋਈਆਂ ਕਿ ਕੀ ਰਿਪਬਲਿਕਨ ਪਾਰਟੀ ਜਿਹੜੀ ਆ ਉਹ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਵਿੱਚ ਆਪਣੀ ਹਾਰ ਮੰਨਣ ਤੋਂ ਇਨਕਾਰ ਕਰਨ ਵਾਲੇ ਟਰੰਪ ਨੂੰ ਆਪਣਾ ਉਮੀਦਵਾਰ ਮੰਨਦੀ ਹੈ ਜਾਂ ਨਹੀਂ। ਟਰੰਪ ਦਾ ਕਹਿਣਾ ਹੈ ਕਿ ਚੀਨ ਅਤੇ ਰੂਸੀ ਨੇਤਾਵਾਂ ਨੇ ਮੇਰਾ ਸਨਮਾਨ ਕੀਤਾ ਹੈ। ਰੂਸ ਅਤੇ ਚੀਨ ਪਹਿਲਾਂ ਅਮਰੀਕਾ ਦਾ ਸਨਮਾਨ ਕਰਦੇ ਸਨ। ਉੱਤਰੀ ਕੋਰੀਆ ਨੇ 3 ਸਾਲ ਪਹਿਲਾਂ ਉਹਨਾਂ ਨਾਲ ਮੇਰੀ ਮੁਲਾਕਾਤ ਤੋਂ ਬਾਅਦ ਕੋਈ ਵੀ ਮਿਜ਼ਾਈਲ ਨਹੀਂ ਛੱਡੀ। ਜਦੋਂ ਮੈਂ ਰਾਸ਼ਟਰਪਤੀ ਸੀ ਤਾਂ ਅਮਰੀਕਾ ਇੱਕ ਸ਼ਾਨਦਾਰ ਭਵਿੱਖ ਦੀ ਰਾਹ ਤੇ ਸੀ। ਦੂਜੇ ਰਾਸ਼ਟਰਪਤੀਆਂ ਦੇ ਉਲਟ ਮੈਂ ਆਪਣੇ ਵਾਅਦੇ ਪੂਰੇ ਕੀਤੇ ਨੇ। But we always have known that this was not the end. It was only the beginning of our fight to rescue the American dream. And it's a word you don't use, 2 words. I don't want to be Joe. It's 2 words, American dream. That was not good what he did. There are a lot of bad things, like going to Idaho and saying, welcome to the state of Florida. I really love it. In order to make America great and glorious again, I am tonight announcing my candidacy for President of the United States. Thank you, kids. Thank you. ਇਤਿਹਾਸ ਗਵਾਹ ਕਿ ਟਰੰਪ ਨੇ ਕਿੰਨੇ ਵਾਅਦੇ ਪੂਰੇ ਕੀਤੇ ਤੇ ਕਿੰਨੇ ਵਾਅਦੇ ਸਿਰਫ ਵਾਅਦੇ ਹੀ ਰੱਖੇ। ਇਹ ਤਾਂ ਪਿਛਲੀਆਂ ਰਿਕਾਰਡਿੰਗਸ ਪਿਛਲਾ ਡੇਟਾ ਕੱਢ ਕੇ ਪਤਾ ਚੱਲ ਜਾਣਾ ਕਿ ਟਰੰਪ ਨੇ ਕੀ ਕੁਝ ਕੀਤਾ। ਇਨਫਰਾਸਟ੍ਰਕਚਰ ਦੇ ਨਾਂ ਦੇ ਉੱਤੇ ਕੀ ਕੀਤਾ, ਕੰਧ ਕੱਢਣ ਦੇ ਨਾਂ ਦੇ ਉੱਤੇ ਕੀ ਕੀਤਾ ਤੇ ਹੋਰ ਬਹੁਤ ਕੁਝ। ਪਰ ਟਰੰਪ ਦੇ ਹਾਰ ਮੰਨਣ ਤੋਂ ਇਨਕਾਰ ਕਰਨ ਅਤੇ ਉਹਨਾਂ ਦੇ ਕਥਿਤ ਭੜਕਾਊ ਭਾਸ਼ਣਾਂ ਦੇ ਵਿਚਕਾਰ 6 ਫਰਵਰੀ ਨੂੰ ਉਹਨਾਂ ਦੇ ਸਮਰਥਕਾਂ ਨੇ ਅਮਰੀਕੀ ਸੰਸਦ ਹਿੱਲ ਭਾਵ ਕੈਪੀਟਲ ਹਿੱਲ ਵਿੱਚ ਕਥਿਤ ਤੌਰ ਤੇ ਹਮਲਾ ਕੀਤਾ ਸੀ। ਪਾਮ ਬੀਚ ਸਥਿਤ ਮਾਰ-ਆ-ਲਾਗੋ ਕਲੱਬ ਦੇ ਵਿੱਚ 30 ਅਮਰੀਕੀ ਝੰਡਿਆਂ ਅਤੇ ਮੇਕ ਅਮਰੀਕਾ ਗ੍ਰੇਟ ਅਗੇਨ ਨਾਰੇ ਵਾਲੇ ਬੈਨਰ ਵਿਚਕਾਰ ਖੜੇ ਟਰੰਪ ਨੇ ਆਪਣੇ ਹਜ਼ਾਰਾਂ ਸਮਰਥਕਾਂ, ਕਲੱਬ ਮੈਂਬਰਾਂ ਅਤੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਮੈਂ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਆਪਣੀ ਉਮੀਦਵਾਰੀ ਦਾ ਐਲਾਨ ਕਰ ਰਿਹਾ ਹਾਂ। ਟਰੰਪ ਨੇ ਆਪਣੇ ਸਿਆਸੀ ਸਫ਼ਰ ਦੇ ਬੇਹੱਦ ਨਾਜ਼ੁਕ ਦੌਰ ਦੇ ਵਿੱਚ ਇੱਕ ਵਾਰ ਫਿਰ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ ਕਰ ਦਿੱਤਾ। ਉਹ ਮੱਧਕਾਲੀ ਚੋਣਾਂ ਦੇ ਵਿੱਚ ਰਿਪਬਲਿਕਨ ਪਾਰਟੀ ਦੀ ਜਿੱਤ ਦੇ ਵਿਚਕਾਰ ਆਪਣੀ ਮੁਹਿੰਮ ਸ਼ੁਰੂ ਕਰਨਾ ਚਾਹੁੰਦੇ ਸਨ, ਪਰ ਟਰੰਪ ਦੇ ਸਮਰਥਨ ਵਾਲੇ ਜ਼ਿਆਦਾਤਰ ਉਮੀਦਵਾਰਾਂ ਦੀ ਹਾਰ ਕਾਰਨ ਉਹਨਾਂ ਦਾ ਇਹ ਸੁਪਨਾ ਪੂਰਾ ਨਹੀਂ ਹੋ ਸਕਿਆ। ਰਿਪਬਲਿਕਨ ਪਾਰਟੀ ਦੇ ਵਿੱਚ ਟਰੰਪ ਦੀ ਹਮਾਇਤ ਲਗਾਤਾਰ ਘਟ ਰਹੀ ਹੈ। ਹਾਲ ਹੀ ਦੇ ਮਹੀਨਿਆਂ ਵਿੱਚ ਉਹਨਾਂ ਨੂੰ ਆਪਣੇ ਕੁਝ ਸਹਿਯੋਗੀਆਂ ਦੀ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ, ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਰਿਪਬਲਿਕਨ ਪਾਰਟੀ ਦੇ ਲਈ ਭਵਿੱਖ ਵੱਲ ਵੇਖਣ ਦਾ ਸਮਾਂ ਹੈ। ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਪਾਰਟੀ ਦੇ ਵਿੱਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਪਹਿਲੀ ਪਸੰਦ ਵਜੋਂ ਉੱਭਰ ਰਹੇ ਹਨ। ਇਸ ਵਿਚਕਾਰ ਡੋਨਾਲਡ ਟਰੰਪ ਵਾਅਦੇ ਕਰ ਰਹੇ ਨੇ ਕਿ 2024 ਦੇ ਵਿੱਚ ਜਿੱਤ ਕੇ ਕਰਨਗੇ ਬਹੁਤ ਕੁਝ ਅਮਰੀਕਾ ਦੇ ਲਈ। So many incredible friends and family here tonight. It's such a beautiful thing. Some people say, how do you speak before so many people all the time? When there's love in the room, it's really easy, if you want to know the truth. It really is. You ought to try it sometime. Together we will be taking on the most corrupt forces and entrenched interests imaginable. Our country is in a horrible state. We're in grave trouble. This is not a task for a politician or a conventional candidate. This is a task for a great movement that embodies the courage, confidence, and the spirit of the American people. This is a movement. This is not for any one individual. This is a job for tens of millions of proud people working together from all across the land and from all walks of life, young and old, black and white, Hispanic and Asian, many of whom we have brought together for the very, very first time. If you look at the numbers, if you look at what's happened with Hispanic, with African American, with Asian, and just look at what's happening. This is a party
that has become much bigger, much stronger, much more powerful, can do much more good for our country. This is a job for grandmothers and construction workers, firefighters, builders, teachers, doctors, and farmers who cannot stay quiet any longer. You can't stay quiet any longer. You're angry about what's happening to our country. Our country is being destroyed before your very eyes. It's a job for every aspiring young person and every hard-working parent, for every entrepreneur and underappreciated police officer who is ready to shout for safety in America. The police are being treated so badly. These are great people. They can straighten out the crime. They're the ones that know how to do it. We have to give them back their respect and their dignity. This will not be my campaign. This will be our campaign all together. ਦੂਜੇ ਪਾਸੇ ਜੋ ਬਾਈਡਨ ਨੇ ਮਿਡ ਟਰਮ ਚੋਣਾਂ ਦੇ ਵਿੱਚ ਪ੍ਰਦਰਸ਼ਨ ਨੂੰ ਬਹੁਤ ਚੰਗਾ ਦੱਸਿਆ। ਉਹਨਾਂ ਨੇ ਕਿਹਾ ਮੈਂ ਪਲੀਜ਼ਡ ਹਾਂ ਲੋਕਾਂ ਦੇ ਪ੍ਰਦਰਸ਼ਨ ਨੂੰ ਲੈ ਕੇ, ਨਾਲ ਜਿਨ੍ਹਾਂ ਨੇ ਉਮੀਦਵਾਰਾਂ ਦੇ ਤੌਰ ਦੇ ਉੱਤੇ ਸ਼ਿਰਕਤ ਕੀਤੀ ਉਹਨਾਂ ਨੂੰ ਲੈ ਕੇ ਮੈਂ ਬਹੁਤ ਪਲੀਜ਼ਡ ਹਾਂ ਦੇਖ ਕੇ ਕਿ ਕਿਸ ਤਰ੍ਹਾਂ ਦੇ ਨਤੀਜੇ ਆ ਰਹੇ ਹਨ। ਇੱਕ ਵਾਰ ਫਿਰ ਜੋ ਬਾਈਡਨ ਨੇ ਕਿਹਾ ਕਿ ਅਸੀਂ ਜੋ ਕਰ ਰਹੇ ਹਾਂ ਲੋਕ ਉਸ ਨੂੰ ਪਸੰਦ ਕਰ ਰਹੇ ਹਨ। Well, I tell you what, congratulations to Senator Schumer. He's got a majority again, and we're focusing now on Georgia. We feel good about where we are. And I know I'm a cockeyed optimist. I understand that from the beginning, but I'm not surprised by the turnout. I'm incredibly pleased by the turnout. And I think it's a reflection of the quality of our candidates, and they're all running on the same program. There wasn't anybody who wasn't running on what we did. They're all sticking with it. And so I feel good, and I'm looking forward to the next couple of years. Are you still confident that Democrats could keep the House? I'm confident they could, yeah, whether they will. Look, it's an outside, it's a stretch. Everything has to fall our way. I just got off the phone with Congressman Levin, who just won. There's several more seats in California. I'm not predicting this, but I'm predicting that, as I've said all along, it'd be perilously close. We can win it. Whether we're going to win it remains to be seen. Thank you all. ਇੱਕ ਪਾਸੇ ਜਿੱਥੇ ਡੋਨਲਡ ਟਰੰਪ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਤੀਜੀ ਵਾਰ ਫਿਰ ਤੋਂ ਰਾਸ਼ਟਰਪਤੀ ਚੋਣਾਂ ਦੇ ਵਿੱਚ ਕੁੱਦਣਗੇ ਤੇ ਉਮੀਦਵਾਰੀ ਦੇ ਲਈ ਉਹ ਅੱਗੇ ਵਧ ਰਹੇ ਹਨ। ਹੁਣ ਇਹ ਪਾਰਟੀ ਡਿਸਾਈਡ ਕਰੇਗੀ ਕਿ ਉਹਨਾਂ ਨੂੰ ਉਮੀਦਵਾਰ ਰੱਖਣਾ ਜਾਂ ਨਹੀਂ ਰੱਖਣਾ, ਇਹ ਆਉਣ ਵਾਲੇ ਸਮੇਂ ਦੇ ਵਿੱਚ ਹੈ। ਪਰ ਜੋ ਬਾਈਡਨ ਤੋਂ ਵੀ ਪੁੱਛਿਆ ਗਿਆ ਕਿ ਤੁਸੀਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਲੜੋਗੇ ਦੁਬਾਰਾ ਜਾਂ ਨਹੀਂ, ਤਾਂ ਜੋ ਬਾਈਡਨ ਨੇ ਕਿਹਾ ਕਿ ਬੇਸ਼ੱਕ ਮੈਂ ਅੱਗੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਜ਼ਰੂਰ ਕੁੱਦਾਂਗਾ, ਪਰ ਇਸ ਬਾਰੇ ਪਰਿਵਾਰ ਦੇ ਨਾਲ ਸਲਾਹ ਮਸ਼ਵਰਾ ਹੋਵੇਗਾ ਤੇ ਫਿਰ ਹੀ ਕੋਈ ਫੈਸਲਾ ਲਿਆ ਜਾਵੇਗਾ। ਇਹ ਫੈਸਲਾ ਦਸੰਬਰ ਤੱਕ ਆਉਣ ਦੀਆਂ ਕਿਆਸ ਰਾਈਆਂ ਵੀ ਲੱਗ ਰਹੀਆਂ ਨੇ। All kidding aside, our intention is to run again. That's been our intention, regardless of what the outcome of this election was. And the fact that we won, I didn't run, the fact that the Democratic Party outperformed anything anyone expected and did better than any off-year presidency since John Kennedy is one that gives everybody like, whew, sigh of relief that the mega Republicans are not taking over the government again, et cetera. And so my judgment of running when I announce, if I announce, my intention is that I run again, but I'm a great respecter of fate, and this is ultimately a family decision. I think everybody wants me to run, but we're going to have discussions about it. And I don't feel any hurry one way or another to make that judgment, today, tomorrow, or whenever, no matter what my predecessor does. Next year, or what's your thinking? My guess is, I hope Jill and I get a little time to actually sneak away for a week around between Christmas and Thanksgiving. And my guess is it'll be early next year we make that judgment. But it's my plan to do it now. I mean, but, you know.
ਉਧਰ ਕਾਂਗਰਸ ਲੀਡਰ ਨੈਂਸੀ ਪੈਲੋਸੀ ਨੇ ਵੀ ਸਟੈਪ ਡਾਊਨ ਕਰਨ ਦਾ ਐਲਾਨ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਉਹ ਅੱਗੇ ਚੋਣ ਨਹੀਂ ਲੜੇਗੀ, ਹਾਲਾਂਕਿ ਕਾਂਗਰਸ ਦੀ ਮੈਂਬਰ ਵਜੋਂ ਜ਼ਰੂਰ ਸ਼ਿਰਕਤ ਕਰੇਗੀ। ਪਿਛਲੇ ਦਿਨਾਂ ਦੇ ਵਿੱਚ ਨੈਂਸੀ ਦੇ ਖਿਲਾਫ ਬਹੁਤ ਸਾਰੇ ਲੋਕਾਂ ਨੇ ਪ੍ਰਦਰਸ਼ਨ ਵੀ ਕੀਤਾ ਤੇ ਨਾਲ ਉਹਨਾਂ ਨੂੰ ਜਾਨੋਂ ਮਾਰਨ ਦੇ ਲਈ ਇੱਕ ਕੈਨੇਡੀਅਨ ਵਿਅਕਤੀ ਉਹਨਾਂ ਦੇ ਘਰ ਦੇ ਵਿੱਚ ਵੀ ਚਲਾ ਗਿਆ। ਹਾਲਾਂਕਿ ਉਹਨਾਂ ਦੇ ਪਤੀ ਨੂੰ ਥੋੜਾ ਨੁਕਸਾਨ ਹੋਇਆ ਪਰ ਨੈਂਸੀ ਪੈਲੋਸੀ ਬਚ ਗਏ। ਹੁਣ ਨੈਂਸੀ ਪੈਲੋਸੀ ਨੇ ਵੀ ਇਹ ਕਹਿ ਦਿੱਤਾ ਕਿ ਉਹ ਚੋਣਾਂ ਲੜਨ ਦੇ ਇੱਛੁਕ ਨਹੀਂ। My friends, no matter what title you all, my colleagues, have bestowed upon me, Speaker, Leader, Whip, there is no greater official honor for me than to stand on this floor and to speak for the people of San Francisco. This I will continue to do as a member of the House, speaking for the people of San Francisco, serving the great state of California, and defending our Constitution. And with great confidence in our caucus, I will not seek re-election to Democratic leadership in the next Congress. For me, the hours come for a new generation to lead the Democratic caucus that I so deeply respect. ਅਤੇ ਫਿਰ ਲਗਾਤਾਰ ਤੀਜੀ ਵਾਰ ਜਿੱਤ ਦੀ ਕੋਸ਼ਿਸ਼ ਕਰ ਰਹੇ ਡੈਮੋਕ੍ਰੇਟ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਵੀ ਮਾਤ ਦਿੱਤੀ ਸੀ। ਇਹ ਇੱਕ ਅਸੰਭਵ ਪ੍ਰਾਪਤੀ ਵਾਂਗ ਸੀ, ਪਰ ਇਸ ਜ਼ਰੀਏ ਟਰੰਪ ਸ਼ਕਤੀਸ਼ਾਲੀ ਆਗੂ ਬਣ ਕੇ ਉਭਰੇ। ਜ਼ਮੀਨੀ ਪੱਧਰ ਉੱਤੇ ਅਹਿਮ ਮਸਲਿਆਂ ਨੂੰ ਸਮਝਣ ਵਿੱਚ ਟਰੰਪ ਬਾਕਮਾਲ ਹਨ। ਉਹਨਾਂ ਦਾ ਆਮ ਨਾਲੋਂ ਵੱਖਰਾ ਅਤੇ ਜੋਸ਼ੀਲਾ ਅੰਦਾਜ਼ ਉਹਨਾਂ ਨੂੰ ਸੁਰਖੀਆਂ ਦੇ ਵਿੱਚ ਜਗ੍ਹਾ ਵੀ ਦਿਵਾਉਂਦਾ ਹੈ ਅਤੇ ਇਸ ਦੇ ਨਾਲ ਵਿਰੋਧੀਆਂ ਦੀ ਚਮਕ ਵੀ ਮੱਧਮ ਪੈ ਜਾਂਦੀ ਹੈ। ਉਹਨਾਂ ਕੋਲ ਵੱਡੀ ਗਿਣਤੀ ਵਫਾਦਾਰ ਸਮਰਥਕ ਵੀ ਹਨ ਜੋ ਆਮ ਅਮਰੀਕੀਆਂ ਨੂੰ ਵੋਟ ਪਾਉਣ ਦੇ ਲਈ ਉਤਸ਼ਾਹਿਤ ਕਰਦੇ ਹਨ। ਟਰੰਪ ਦੇ 4 ਸਾਲ ਦੇ ਕਾਰਜਕਾਲ ਤੋਂ ਬਾਅਦ ਉਹਨਾਂ ਦੇ ਬਹੁਤ ਸਾਰੇ ਸਮਰਥਕ ਰਿਪਬਲਿਕਨ ਪਾਰਟੀ ਵਿੱਚ ਚੰਗੇ ਅਹੁਦਿਆਂ ਤੇ ਹਨ ਜੋ ਉਹਨਾਂ ਨੂੰ ਫਾਇਦਾ ਪਹੁੰਚਾ ਸਕਦੇ ਹਨ। ਫਿਰ ਵੀ ਟਰੰਪ ਲਈ ਅਗਲਾ ਰਾਹ ਆਸਾਨ ਨਹੀਂ ਹੋਵੇਗਾ। ਇਹ ਬਹੁਤ ਮੁਸ਼ਕਲਾਂ ਭਰਪੂਰ, ਚੁਣੌਤੀਆਂ ਭਰਪੂਰ ਤੇ ਔਖਾ ਰਹੇਗਾ। ਇਸ ਦੇ ਕੁਝ ਅਹਿਮ ਕਾਰਨ ਵੀ ਨੇ। ਹੁਣ ਜੇ ਪਿਛਲੇ ਲੇਖੇ ਜੋਖੇ ਦੀ ਗੱਲ ਕਰੀਏ, ਭਵਿੱਖੀ ਚੋਣਾਂ ਦੀ ਗੱਲ ਕਰੀਏ, ਲਗਭਗ 8 ਸਾਲ ਪਹਿਲਾਂ ਡੋਨਲਡ ਟਰੰਪ ਸਾਫ਼ ਸਲੇਟ ਦੀ ਤਰ੍ਹਾਂ ਸੀ। ਕਿਸੇ ਅਹੁਦੇਦਾਰ ਵਜੋਂ ਉਹਨਾਂ ਦਾ ਕੋਈ ਰਿਕਾਰਡ ਨਹੀਂ ਸੀ। ਵੋਟਰ ਉਹਨਾਂ ਵਿੱਚ ਆਪਣੀਆਂ ਉਮੀਦਾਂ ਤੇ ਇੱਛਾਵਾਂ ਨੂੰ ਦੇਖ ਸਕਦੇ ਸੀ। ਉਹ ਵੱਡੇ ਵੱਡੇ ਵਾਅਦੇ ਕਰ ਸਕਦੇ ਸੀ ਅਤੇ ਕਿਸੇ ਆਲੋਚਕ ਕੋਲ ਅਹੁਦੇਦਾਰ ਵਜੋਂ ਉਹਨਾਂ ਦੀਆਂ ਕਮੀਆਂ ਗਿਣਵਾਉਣ ਦੇ ਲਈ ਕੁਝ ਵੀ ਨਹੀਂ ਸੀ। ਪਰ ਹੁਣ ਅਜਿਹਾ ਨਹੀਂ ਹੈ। ਜਿੱਥੇ ਡੋਨਲਡ ਟਰੰਪ ਦੇ 4 ਸਾਲ ਦੇ ਕਾਰਜਕਾਲ ਦੇ ਦੌਰਾਨ ਟੈਕਸ ਕਟੌਤੀ ਅਤੇ ਅਪਰਾਧਿਕ ਨਿਆਂ ਸੁਧਾਰ ਜਿਹੀਆਂ ਪ੍ਰਾਪਤੀਆਂ ਹਨ, ਉੱਥੇ ਹੀ ਅਸਫਲਤਾਵਾਂ ਵੀ ਹਨ। ਰਿਪਬਲਿਕਨ ਟਰੰਪ ਦੇ ਵੱਲੋਂ ਡੈਮੋਕ੍ਰੈਟਿਕ ਸਿਹਤ ਸੰਭਾਲ ਸੁਧਾਰਾਂ ਨੂੰ ਰੱਦ ਕਰਨ ਵਿੱਚ ਅਸਮਰੱਥ ਰਹਿਣ ਨੂੰ ਯਾਦ ਰੱਖਣਗੇ। ਬੁਨਿਆਦੀ ਢਾਂਚੇ ਬਾਰੇ ਨਿਵੇਸ਼ ਦੇ ਵਾਅਦੇ ਜਿਨ੍ਹਾਂ ਨੂੰ ਕਦੇ ਵੀ ਉਹ ਫੁੱਲ ਨਾ ਚੜਾ ਸਕੇ, ਇਹ ਵੀ ਯਾਦ ਰਹੇਗਾ। ਤੇ ਫਿਰ ਕੋਵਿਡ-19 ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰਾਨ ਟਰੰਪ ਨੇ ਜਿਸ ਤਰੀਕੇ ਦੇ ਨਾਲ ਇਸ ਨੂੰ ਨਜਿੱਠਣ ਦੀ ਕੋਸ਼ਿਸ਼ ਕੀਤੀ ਸੀ, ਉਸ ਤਰੀਕੇ ਤੇ ਵੀ ਸਵਾਲ ਖੜੇ ਹੋ ਸਕਦੇ ਨੇ। ਡੈਮੋਕ੍ਰੇਟਸ ਨੇ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਲੋੜੀਂਦੀਆਂ ਕਾਰਗਰ ਨਾ ਕਹਿੰਦਿਆਂ ਆਲੋਚਨਾ ਕੀਤੀ, ਪਰ ਕਈ ਉਹਨਾਂ ਦੇ ਹੱਕ ਵਿੱਚ ਵੀ ਖੜੇ। ਫਿਰ ਜੇ ਹੋਰ ਕਾਊਂਟ ਕਰੀਏ ਤਾਂ ਫਿਰ 6 ਜਨਵਰੀ ਦੀ ਘਟਨਾ ਦਾ ਪਰਛਾਵਾਂ ਅਜੇ ਵੀ ਡੋਨਲਡ ਟਰੰਪ ਦੇ ਉੱਤੇ ਹੈ। ਡੋਨਲਡ ਟਰੰਪ ਦੀ ਲੜਾਈ ਸਿਰਫ ਉਹਨਾਂ ਦੇ ਰਾਸ਼ਟਰਪਤੀ ਕਾਰਜਕਾਲ ਤੇ ਨਿਰਭਰ ਨਹੀਂ ਹੋਏਗੀ, ਬਲਕਿ ਜਿਸ ਤਰ੍ਹਾਂ ਉਹਨਾਂ ਦਾ ਕਾਰਜਕਾਲ ਸਮਾਪਤ ਹੋਇਆ ਉਸ ਬਾਰੇ ਵੀ ਵਿਚਾਰਾਂ ਕੀਤੀਆਂ ਜਾਣਗੀਆਂ। ਟਰੰਪ ਨੂੰ 6 ਜਨਵਰੀ ਨੂੰ ਅਮਰੀਕੀ ਕੈਪੀਟਲ ਤੇ ਹੋਈ ਹਿੰਸਾ ਵਿੱਚ ਉਹਨਾਂ ਦੀ ਭੂਮਿਕਾ ਬਾਰੇ ਵੀ ਜਵਾਬ ਦੇਣਾ ਹੋਵੇਗਾ ਤੇ ਦੇਖਣਾ ਬਣਦਾ ਹੈ ਕਿ ਉਹ ਖੁਦ ਦਾ ਬਚਾਅ ਕਿਵੇਂ ਕਰਦੇ ਨੇ। ਉਸ ਦਿਨ ਦੀਆਂ ਤਸਵੀਰਾਂ ਜਿਸ ਵਿੱਚ ਕੈਪੀਟਲ ਤੇ ਹੰਗਾਮੇ ਦੌਰਾਨ ਟਰੰਪ ਦੇ ਸਮਰਥਕ ਹੰਝੂ ਗੈਸ ਵਿਚਕਾਰ ਟਰੰਪ ਦੇ ਬੈਨਰ ਲਹਿਰਾ ਰਹੇ ਸਨ, ਅਮਰੀਕੀਆਂ ਨੂੰ ਕਦੇ ਨਹੀਂ ਭੁੱਲਣਗੀਆਂ। ਮੱਧਵਰਤੀ ਚੋਣਾਂ ਨੇ ਜ਼ਹਿਰ ਉਗਲਿਆ ਹੋਇਆ ਸੀ। ਉਹਨਾਂ ਨੇ ਜ਼ਾਹਿਰ ਕਰ ਦਿੱਤਾ ਕਿ ਉਸ ਦਿਨ ਜੋ ਹੋਇਆ ਅਤੇ ਉਸ ਤੋਂ ਪਹਿਲਾਂ ਡੋਨਲਡ ਟਰੰਪ ਦੇ ਬੋਲ ਅਤੇ ਕਾਰਵਾਈਆਂ ਹੁਣ ਵੀ ਵੋਟਰਾਂ ਦੇ ਵਤੀਰੇ ਨੂੰ ਪ੍ਰਭਾਵਿਤ ਕਰ ਰਹੇ ਹਨ ਅਤੇ ਭਵਿੱਖ ਵਿੱਚ ਵੀ ਕਰ ਸਕਦੇ ਹਨ। ਬਹੁਤ ਸਾਰੇ ਰਿਪਬਲਿਕਨ ਉਮੀਦਵਾਰ ਜਿਨ੍ਹਾਂ ਨੇ ਖੁੱਲ੍ਹ ਕੇ 2020 ਦੇ ਦੌਰਾਨ ਚੋਣਾਂ ਦੇ ਵਿੱਚ ਟਰੰਪ ਦੀ ਹਾਰ ਮੰਨਣ ਤੋਂ ਇਨਕਾਰ ਕੀਤਾ, ਉਹਨਾਂ ਦਾ ਮੱਧਵਰਤੀ ਚੋਣਾਂ ਵਿੱਚ ਪ੍ਰਦਰਸ਼ਨ ਇਸ ਮਸਲੇ ਤੇ ਚੁੱਪ ਰਹਿਣ ਵਾਲਿਆਂ ਦੇ ਮੁਕਾਬਲੇ ਮਾੜਾ ਰਿਹਾ। ਪਰ ਇਹ ਸਿਰਫ ਕੁਝ ਚੀਜ਼ਾਂ ਨਹੀਂ, ਟਰੰਪ ਦੇ ਰਾਹ ਦੇ ਵਿੱਚ ਕਾਨੂੰਨੀ ਅੜਚਨਾਂ ਵੀ ਹਨ। ਟਰੰਪ ਦੇ ਰਾਸ਼ਟਰਪਤੀ ਚੋਣਾਂ ਲੜਨ ਲਈ ਕਾਹਲੇ ਹੋਣ ਦਾ ਇੱਕ ਹੋਰ ਕਾਰਨ ਜੋ ਦੱਸਿਆ ਜਾ ਰਿਹਾ ਉਹ ਇਹ ਕਿ ਇਸ ਜ਼ਰੀਏ ਟਰੰਪ ਉਹਨਾਂ ਖਿਲਾਫ ਚੱਲ ਰਹੇ ਅਪਰਾਧਿਕ ਅਤੇ ਸਿਵਲ ਕੇਸਾਂ ਨੂੰ ਸਿਆਸੀ ਬਦਲਾਖੋਰੀ ਦੱਸ ਸਕਣਗੇ। ਭਾਵੇਂ ਇਹ ਜਨ ਸੰਪਰਕ ਦੇ ਮੰਤਵ ਨਾਲ ਕੀਤੇ ਕੰਮਾਂ ਦੇ ਵਜੋਂ ਹੋਵੇ, ਪਰ ਇਹਨਾਂ ਮਾਮਲਿਆਂ ਵਿੱਚ ਕਾਨੂੰਨ ਦਾ ਸਾਹਮਣਾ ਟਰੰਪ ਦੇ ਲਈ ਅਸਲ ਵਿੱਚ ਕਰਨਾ ਹੋਵੇਗਾ, ਟਰੰਪ ਨੂੰ ਕਰਨਾ ਹੀ ਹੋਵੇਗਾ, ਇਸ ਤੋਂ ਭੱਜ ਨਹੀਂ ਸਕਣਗੇ। ਸਾਬਕਾ ਰਾਸ਼ਟਰਪਤੀ ਟਰੰਪ ਇਸ ਵੇਲੇ ਜਾਰਜੀਆ ਦੇ ਵਿੱਚ ਚੋਣਾਂ ਪ੍ਰਭਾਵਿਤ ਕਰਨ ਦੇ ਇੱਕ ਅਪਰਾਧਿਕ ਮਾਮਲੇ, ਨਿਊਯਾਰਕ ਦੇ ਵਿੱਚ ਇੱਕ ਧੋਖਾਧੜੀ ਦੇ ਮਾਮਲੇ ਜਿਸ ਵਿੱਚ ਇੱਕ ਕਾਰੋਬਾਰੀ ਸੰਸਥਾ ਨੂੰ ਨਿਸ਼ਾਨਾ ਬਣਾਇਆ ਗਿਆ ਸੀ,
ਇੱਕ ਮਾਨਹਾਨੀ ਦਾ ਮਾਮਲਾ ਜਿਸ ਵਿੱਚ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਵੀ ਸ਼ਾਮਲ ਹਨ ਵਰਗੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਦੀ ਕੈਪੀਟਲ ਹਮਲੇ ਭੂਮਿਕਾ ਸੰਬੰਧੀ ਮਾਮਲੇ ਦੀ ਜਾਂਚ ਵੀ ਚੱਲ ਰਹੀ ਹੈ ਤੇ ਇਹਨਾਂ ਵਿੱਚੋਂ ਕੋਈ ਵੀ ਜਾਂਚ ਮੁਕੱਦਮੇ 'ਚ ਬਦਲ ਸਕਦੀ ਹੈ ਅਤੇ ਸੁਰੱਖਿਆ ਘਟ ਸਕਦੀ ਹੈ ਤੇ ਇਹ ਸੁਰਖੀਆਂ ਵਿੱਚ ਛਾ ਸਕਦੀ ਹੈ। ਇਸ ਨਾਲ ਟਰੰਪ ਦੀ ਚੋਣ ਮੁਹਿੰਮ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਸਕਦੀ ਹੈ। ਇਸ ਦਾ ਘੱਟੋ ਘੱਟ ਅਸਰ ਉਹਨਾਂ ਦੇ ਰਾਹ ਵਿੱਚ ਮੁਸ਼ਕਿਲਾਂ ਬਣਨਾ ਹੋ ਸਕਦਾ ਹੈ ਤੇ ਸਭ ਤੋਂ ਮਾੜੇ ਹਾਲਾਤ ਵਿੱਚ ਭਾਰੀ ਜੁਰਮਾਨਾ ਅਤੇ ਉਸ ਤੋਂ ਵੀ ਮਾੜੇ ਹਾਲਾਤ ਵਿੱਚ ਜੇਲ੍ਹ ਦੀ ਸਜ਼ਾ ਭੁਗਤਣੀ ਪੈ ਸਕਦੀ ਹੈ। 8 ਸਾਲ ਪਹਿਲਾਂ ਜਦੋਂ ਟਰੰਪ ਨੇ ਰਿਪਬਲਿਕਨ ਰਾਸ਼ਟਰਪਤੀ ਚੋਣ ਦੇ ਵਿੱਚ ਪੈਰ ਧਰੇ ਸੀ ਤਾਂ ਪਾਰਟੀ ਦੇ ਪਸੰਦੀਦਾ ਮੰਨੇ ਜਾਣ ਵਾਲੇ ਫਲੋਰੀਡਾ ਦੇ ਗਵਰਨਰ ਜੇਬ ਬੁਸ਼ ਦਾ ਸਾਹਮਣਾ ਕਰ ਰਹੇ ਸੀ, ਪਰ ਜੇਬ ਬੁਸ਼ ਕਾਗਜ਼ੀ ਸ਼ੇਰ ਨਿਕਲੇ ਤੇ ਟਰੰਪ ਸਾਹਮਣੇ ਕਮਜ਼ੋਰ ਸਾਬਤ ਹੋਏ। ਟਰੰਪ ਲਈ ਉਸ ਸਮੇਂ ਵੀ ਇੱਕ ਵੱਡੀ ਚੋਣ ਮੁਹਿੰਮ ਤੇ ਮਸ਼ਹੂਰ ਖਾਨਦਾਨ ਤੋਂ ਆਉਣਾ ਕਾਫੀ ਨਹੀਂ ਸੀ। ਪ੍ਰਵਾਸ ਅਤੇ ਵਿਦਿਆ ਨੀਤੀ ਬਾਰੇ ਰਿਪਬਲਿਕਨਜ਼ ਨਾਲੋਂ ਵੱਖਰੀ ਰਾਏ ਰੱਖਦੇ ਸੀ ਅਤੇ ਪਾਰਟੀ ਵਿੱਚ ਹੁਣ ਬੁਸ਼ ਨਾਮ ਦਾ ਉਹ ਪ੍ਰਭਾਵ ਨਹੀਂ ਸੀ ਜੋ ਕਿ ਕਿਸੇ ਵੇਲੇ ਹੋਇਆ ਕਰਦਾ ਸੀ। ਜੇ ਟਰੰਪ 2024 ਵਿੱਚ ਰਾਸ਼ਟਰਪਤੀ ਚੋਣ ਦੇ ਲਈ ਨਾਮਜ਼ਦਗੀ ਚਾਹੁੰਦੇ ਨੇ ਤਾਂ ਇੱਕ ਵਾਰ ਫਿਰ ਫਲੋਰੀਡਾ ਦੇ ਗਵਰਨਰ ਦਾ ਸਾਹਮਣਾ ਵੀ ਕਰਨਾ ਹੋਵੇਗਾ। ਜੇਬ ਬੁਸ਼ ਤੋਂ ਉਲਟ ਰੌਨ ਡਿਸੈਂਟਿਸ ਨੇ ਹਾਲ ਹੀ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ ਜਿਸ ਨਾਲ ਉਹਨਾਂ ਦਾ ਪਾਰਟੀ ਦੇ ਸਮਰਥਕ ਨੇ ਉਹਨਾਂ ਦੇ ਨਾਲ ਤਾਲਮੇਲ ਜ਼ਾਹਿਰ ਹੁੰਦਾ। ਹਾਲਾਂਕਿ ਉਹਨਾਂ ਦਾ ਕੌਮੀ ਪੱਧਰ ਤੇ ਇਮਤਿਹਾਨ ਹਾਲੇ ਬਾਕੀ ਹੈ ਪਰ ਉਹਨਾਂ ਦੇ ਸਿਆਸੀ ਸਿਤਾਰੇ ਚੜ੍ਹਤ ਵਿੱਚ ਹਨ। ਇਹ ਹਾਲੇ ਸਪਸ਼ਟ ਨਹੀਂ ਕਿ ਡਿਸੈਂਟਿਸ ਮੈਦਾਨ ਵਿੱਚ ਹੋਣਗੇ ਜਾਂ ਨਹੀਂ ਜਾਂ ਹੋਰ ਕੌਣ-ਕੌਣ ਰਿਪਬਲਿਕਨ ਰਾਸ਼ਟਰਪਤੀ ਚੋਣ ਦਾ ਹਿੱਸਾ ਹੋਵੇਗਾ। ਟਰੰਪ ਨੂੰ ਹੋਰ ਮੌਕਾ ਨਾ ਦੇਣ ਦੇ ਇੱਛੁਕ ਪਾਰਟੀ ਮੈਂਬਰ ਫਲੋਰੀਡਾ ਦੇ ਗਵਰਨਰ ਨੂੰ ਸਹਿਮਤੀ ਦੇ ਨਾਲ ਚੁਣ ਸਕਦੇ ਹਨ। ਜੇ ਅਜਿਹਾ ਹੋਇਆ ਤਾਂ ਰਿਪਬਲਿਕਨ ਵੋਟਰਾਂ ਦੇ ਕੋਲ ਇੱਕ ਵਿਕਲਪ ਹੋਵੇਗਾ ਜਿਸ ਨਾਲ ਨਾਮਜ਼ਦਗੀ ਤੋਂ ਪਹਿਲਾਂ ਹੀ ਟਰੰਪ ਨੂੰ ਰੋਕਿਆ ਜਾ ਸਕੇਗਾ। ਹੁਣ ਬਹੁਤੇ ਲੋਕਾਂ ਦੇ ਪਸੰਦੀਦਾ ਆਗੂ ਵੀ ਨਹੀਂ ਰਹੇ ਟਰੰਪ। ਡੋਨਾਲਡ ਟਰੰਪ ਦੇ ਰਾਸ਼ਟਰਪਤੀ ਚੋਣਾਂ ਬਾਰੇ ਐਲਾਨ ਤੋਂ ਪਹਿਲਾਂ ਇੱਕ ਕੰਜ਼ਰਵੇਟਿਵ ਗਰੁੱਪ ਨੇ ਲੋਵਾ ਤੇ ਨਿਊ ਹੈਂਪਸ਼ਾਇਰ ਤੋਂ ਰਿਪਬਲਿਕਨ ਵੋਟਰਾਂ ਦੀ ਰਾਏ ਦੇ ਅੰਕੜੇ ਜਾਰੀ ਕੀਤੇ ਜਿਸ ਵਿੱਚ ਕਾਂਟੇ ਦੀ ਟੱਕਰ ਵਿੱਚ ਟਰੰਪ ਰੌਨ ਡਿਸੈਂਟਿਸ ਤੋਂ ਪਿੱਛੇ ਚੱਲ ਰਹੇ ਸਨ। ਰਿਪਬਲਿਕਨ ਨਾਮਜ਼ਦਗੀ ਪ੍ਰਕਿਰਿਆ ਦੇ ਵਿੱਚ ਉਹਨਾਂ ਸੂਬਿਆਂ ਵਿੱਚ VOTING ਜਲਦੀ ਹੁੰਦੀ ਹੈ ਤੇ ਡਿਸੈਂਟਿਸ ਫਲੋਰੀਡਾ ਤੋਂ 26 ਅਤੇ ਜਾਰਜੀਆ ਤੋਂ 20 ਅੰਕਾਂ ਦੇ ਨਾਲ ਅੱਗੇ ਸਨ ਤੇ ਇਹਨਾਂ ਸਾਰੇ ਸੂਬਿਆਂ ਵਿੱਚ ਟਰੰਪ ਦੇ ਨੰਬਰ ਸਰਵੇਖਣਾਂ ਦੇ ਵਿੱਚ ਘੱਟ ਸੀ। ਹਾਲ ਹੀ ਵਿੱਚ ਹੋਈਆਂ ਮਿਡ ਟਰਮ ਚੋਣਾਂ ਦੇ ਐਗਜ਼ਿਟ ਪੋਲ ਮੁਤਾਬਿਕ ਡੋਨਾਲਡ ਟਰੰਪ ਬਹੁਤੇ ਪਸੰਦੀਦਾ ਆਗੂ ਨਹੀਂ ਉਹਨਾਂ ਸੂਬਿਆਂ ਵਿੱਚ ਵੀ ਨਹੀਂ ਜਿੱਥੇ ਰਾਸ਼ਟਰਪਤੀ ਅਹੁਦੇ ਲਈ ਜਿੱਤਣਾ ਉਹਨਾਂ ਲਈ ਜ਼ਰੂਰੀ ਹੋਵੇਗਾ। ਨਿਊ ਹੈਂਪਸ਼ਾਇਰ ਵਿੱਚ ਸਿਰਫ 30% ਵੋਟਰਾਂ ਨੇ ਕਿਹਾ ਕਿ ਉਹ ਟਰੰਪ ਨੂੰ ਦੁਬਾਰਾ ਰਾਸ਼ਟਰਪਤੀ ਚੋਣ ਦੇ ਵਿੱਚ ਲੜਦਿਆਂ ਦੇਖਣਾ ਚਾਹੁੰਦੇ ਨੇ ਤੇ ਫਲੋਰੀਡਾ ਦੇ ਵਿੱਚ ਸਿਰਫ 33% ਲੋਕਾਂ ਦੀ ਇਹ ਰਾਏ ਸੀ। ਟਰੰਪ 2015 ਵਿੱਚ ਵੀ ਉਹਨਾਂ ਦੀ ਉਮੀਦਵਾਰੀ ਨੂੰ ਲੈ ਕੇ ਨਾ ਪੱਖੀ ਵਿਚਾਰਾਂ ਨਾਲ ਲੜੇ ਪਰ 8 ਸਾਲ ਬਾਅਦ ਇੱਕ ਕੌਮੀ ਹਸਤੀ ਵਜੋਂ ਉਹ ਵਿਚਾਰ ਇਸ ਵਾਰ ਬਦਲਣਗੇ ਇਹ ਔਖਾ ਲੱਗਦਾ ਹੈ। ਹੁਣ ਵੱਧਦੀ ਉਮਰ ਦਾ ਤਕਾਜ਼ਾ ਵੀ ਹੈ। ਜੇ ਟਰੰਪ ਰਾਸ਼ਟਰਪਤੀ ਚੋਣ ਜਿੱਤਦੇ ਆ ਮੰਨ ਲਓ ਤਾਂ ਸਹੁੰ ਚੁੱਕਣ ਵੇਲੇ ਉਹ 78 ਸਾਲ ਦੇ ਹੋਣਗੇ ਤੇ ਇਸੇ ਉਮਰ ਵਿੱਚ ਹੀ ਜੋ ਬਾਈਡਨ ਵਾਈਟ ਹਾਊਸ ਤੱਕ ਪਹੁੰਚੇ ਸੀ। ਇਸ ਨਾਲ ਉਹ ਅਮਰੀਕਾ ਦੇ ਇਤਿਹਾਸ ਵਿੱਚ ਦੂਜੇ ਸਭ ਤੋਂ ਵੱਡੀ ਉਮਰ ਦੇ ਰਾਸ਼ਟਰਪਤੀ ਹੋਣਗੇ। ਸਮੇਂ ਦਾ ਚੱਕਰ ਵੱਖ-ਵੱਖ ਲੋਕਾਂ ਦੇ ਲਈ ਵੱਖੋ ਵੱਖਰਾ ਹੁੰਦਾ ਹੈ ਪਰ ਵੱਧਦੀ ਉਮਰ ਦਾ ਭਾਰ ਟਾਲਿਆ ਨਹੀਂ ਜਾ ਸਕਦਾ। ਇਸ ਦੀ ਕੋਈ ਗਾਰੰਟੀ ਨਹੀਂ ਕਿ ਡੋਨਾਲਡ ਟਰੰਪ ਰਿਪਬਲਿਕਨ ਨਾਮਜ਼ਦਗੀ ਹਾਸਲ ਕਰਨ ਲਈ ਲੋੜੀਂਦੀ ਸਖਤ ਮਿਹਨਤ ਕਰ ਸਕਣਗੇ ਅਤੇ ਮੁਹਿੰਮ ਵੀ ਚਲਾ ਸਕਣਗੇ ਜਾਂ ਨਹੀਂ। ਉਹ ਵੀ ਉਸ ਸਮੇਂ ਜਦੋਂ ਉਹਨਾਂ ਸਾਹਮਣੇ ਇੱਕ ਛੋਟੀ ਉਮਰ ਦਾ ਉਮੀਦਵਾਰ ਹੋਵੇਗਾ। ਡੋਨਾਲਡ ਟਰੰਪ ਨੇ ਪਿਛਲੇ ਸਮੇਂ ਵਿੱਚ ਕਮਾਲ ਦੀ ਦ੍ਰਿੜਤਾ ਦਿਖਾਈ ਹੈ ਪਰ ਹਰ ਕਿਸੇ ਦੀ ਇੱਕ ਸਮਰੱਥਾ ਹੁੰਦੀ ਹੈ। ਡੋਨਾਲਡ ਟਰੰਪ ਦੀ ਕਿੰਨੀ ਸਮਰੱਥਾ ਹੈ ਸਾਰਿਆਂ ਨੇ ਦੇਖ ਲਈ ਹੈ। ਹਮੇਸ਼ਾ ਜੋਸ਼ੀਲੇ ਭਾਸ਼ਣ ਦਿੰਦੇ ਨੇ, ਹਮੇਸ਼ਾ ਚੋਣ ਸਰਗਰਮੀਆਂ ਦੇ ਵਿੱਚ ਸ਼ਾਮਿਲ ਹੁੰਦੇ ਨੇ ਤੇ ਹੁਣ ਵੀ ਇੱਕ ਵਾਰ ਫਿਰ ਤੋਂ ਮੈਦਾਨ ਦੇ ਵਿੱਚ ਆਉਣ ਦੇ ਲਈ ਤਿਆਰੀ ਕਰ ਰਹੇ ਹਨ। ਰਿਪਬਲਿਕਨਸ ਦਾ ਸਾਥ ਕਿਸ ਤਰ੍ਹਾਂ ਦਾ ਮਿਲਦਾ, ਵੋਟਰਾਂ ਦਾ ਸਾਥ ਕਿਸ ਤਰ੍ਹਾਂ ਦਾ ਮਿਲਦਾ, ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜਾਏਗਾ ਪਰ ਉਮੀਦਵਾਰੀ ਮਿਲਦੀ ਹੈ ਜਾਂ ਨਹੀਂ ਇਹ ਵੀ ਇੱਕ ਵੱਡਾ ਸਵਾਲ ਹੈ। ਉਧਰ ਦੂਜੇ ਪਾਸੇ ਹਜੇ ਵੀ ਫੇਸਬੁੱਕ ਤੋਂ ਬਾਹਰ ਕੱਢੇ ਹੋਏ ਨੇ, ਟਵਿੱਟਰ ਤੋਂ ਬਾਹਰ ਕੱਢੇ ਹੋਏ ਨੇ। ਨਾਮਜ਼ਦਗੀ ਜਿਹੜੀ ਹੈ ਉਹ ਮਿਲਦੀ ਹੈ ਨਹੀਂ ਮਿਲਦੀ, ਕੀ ਕੁਝ ਹੁੰਦਾ ਬੜਾ ਦੇਖਣਾ ਦਿਲਚਸਪ ਹੋਵੇਗਾ। ਅਮਰੀਕਾ ਦੀ ਰਾਜਨੀਤੀ ਹੁਣ ਦਿਨੋਂ ਦਿਨ ਗਰਮਾਉਂਦੀ ਨਜ਼ਰ ਆਵੇਗੀ ਕਿਉਂਕਿ ਟਰੰਪ ਮੈਦਾਨ ਦੇ ਵਿੱਚ ਨੇ ਤੇ ਲਗਾਤਾਰ ਪ੍ਰੈਸ ਕਾਨਫਰੰਸਾਂ ਉਹਨਾਂ ਦੀਆਂ ਸਾਹਮਣੇ ਆਉਣਗੀਆਂ ਤੇ ਲਗਾਤਾਰ ਬਿਆਨ ਵੀ ਸਾਹਮਣੇ ਆਉਣਗੇ। ਇਨਫੋਰਮੇਸ਼ਨ ਤੇ ਅਪਡੇਟ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ।